अस्सलाम वालेकुम जी, सब दा वाम वेलकम मेरे चैनल ते। कल स्पेन दी पुलिस ने एक वकील और दो उसदे नाल बंदे सी ਉਹ ਫੜੇ ਸੀ ਹੈ। ਵਕੀਲ ਐਕਸਟਰਨੇਰੀਆ ਦਾ ਸਪੈਸ਼ਲਿਸਟ ਵਕੀਲ ਸੀ। ਐਕਸਟਰਨੇਰੀਆ ਉਹ ਚੀਜ਼ ਹੁੰਦੀ ਹੈ ਜਿਹੜੇ ਵੀ ਸਪੇਨ ਦੇ ਵਿੱਚ ਗੈਰ ਮੁਲਕਿਆਂ ਦੇ ਡਾਕੂਮੈਂਟੇਸ਼ਨ ਦਾ ਜਿੰਨਾ ਵੀ ਕੰਮ ਹੋਵੇਗਾ ਉਸ ਨੂੰ ਐਕਸਟਰਨੇਰੀਆ ਕਹਿੰਦੇ ਨੇ, ਯਾਨੀ ਕਿ ਗੈਰ ਮੁਲਕਿਆਂ ਦੇ ਕਾਗਜ਼ਾਂ ਦੇ ਜਿਹੜੇ ਸਪੈਸ਼ਲਿਸਟ ਵਕੀਲ ਹੁੰਦੇ ਨੇ। ਕਿਉਂਕਿ ਨਾਰਮਲ ਵਕੀਲਾਂ ਨੂੰ ਇਹਨਾਂ ਚੀਜ਼ਾਂ ਦੀ ਇਤਨੀ ਸਮਝ ਨਹੀਂ ਹੁੰਦੀ ਜਿਤਨੀ ਉਹਨਾਂ ਨੂੰ ਹੁੰਦੀ ਹੈ, ਅਤੇ ਫਿਰ ਉਹ ਆਮ ਬੰਦੇ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਵਕੀਲਾਂ ਦੇ ਥਰੂ ਹੀ ਆਪਣਾ ਕੇਸ ਕਰਾਇਆ ਜਾਏ ਤਾਂ ਕਿ ਕੋਈ ਗਲਤੀ ਨਾ ਕਰਦੇ ਹੈ। ਉਸ ਵਾਸਤੇ ਉਹਨਾਂ ਨੂੰ ਐਕਸਟਰਨੇਰੀਆ ਦੇ ਸਪੈਸ਼ਲਿਸਟ ਵਕੀਲ ਕਿਹਾ ਜਾਂਦਾ। ਉਸ ਨੂੰ ਫੜਿਆ ਗਿਆ। ਐਕਸਟਰਨੇਰੀਆ ਦੇ ਸਪੈਸ਼ਲਿਸਟ ਵਕੀਲ ਨੂੰ ਨਾਲ 3 ਬੰਦੇ ਦੂਸਰੇ ਸੀ, ਉਹਨਾਂ ਨੂੰ ਫੜਿਆ ਗਿਆ। ਵਜ੍ਹਾ ਕੀ ਸੀ ਹੈ ਕਿ ਉਸ ਬੰਦੇ ਨੇ ਐਕਸਟਰਨੇਰੀਆ 'ਚ ਉਹਦਾ ਕੋਈ ਕੇਸ ਚੱਲ ਰਿਹਾ ਸੀ। ਇਹ ਨਹੀਂ ਉਹਨਾਂ ਨੇ ਸ਼ੋਅ ਕੀਤਾ ਕਿ ਕਿਸ ਚੀਜ਼ ਦਾ ਕੇਸ ਚੱਲ ਰਿਹਾ ਸੀ, ਜਾਂ ਉਹ ਕਿਆ ਡਾਕੂਮੈਂਟ ਰਿਨਿਊ ਬੰਦਾ ਕਰਵਾ ਰਿਹਾ ਸੀ, ਜਾਂ ਪਾਕਿਸਤਾਨ ਤੋਂ, ਜਾਂ ਸੋਰੀ ਉਹਨਾਂ ਦਾ ਪਾਕਿਸਤਾਨ ਦਾ ਸੀ, ਮੈਂ ਐਗਜ਼ੈਂਪਲ ਦੇ ਰਿਹਾ, ਜਾਂ ਆਪਣੇ ਮੁਲਕ ਤੋਂ ਆਪਣੀ ਫੈਮਿਲੀ ਮੰਗਾ ਰਿਹਾ ਸੀ, ਜਾਂ ਕਿਸੇ ਹੋਰ ਬੰਦੇ ਨੂੰ ਮੰਗਾ ਰਿਹਾ ਸੀ ਹੈ। ਯਾਨੀ ਕਿ ਉਹ ਉਸਦਾ ਕੋਈ ਐਕਸਟਰਨੇਰੀਆ 'ਚ ਕੇਸ ਚੱਲ ਰਿਹਾ ਸੀ ਜਿਹਦੇ ਵਿੱਚ ਉਹਨੇ ਆਪਣੀ ਫਾਈਲ ਸਬਮਿਟ ਕੀਤੀ ਸੀ। ਹੁਣ ਬਾਅਦ ਲੋਕ ਜਿਹੜੇ ਨੇ ਨਾ, ਜਿਹੜੀ ਮੈਂ ਗੱਲ ਕਰ ਲਾਂਗਾ, ਇਸ ਨੂੰ ਬੜਾ ਹੀ ਹਲਕਾ ਲੈਂਦੇ ਨੇ ਹੈ ਕਿ ਡਾਕੂਮੈਂਟੇਸ਼ਨ 'ਚ ਕੋਈ ਚੇਂਜਿੰਗ ਕਰ ਲਈ ਹੈ, ਕੰਟਰੈਕਟ ਵਿੱਚ ਕਿਸੇ ਦੇ ਸਾਈਨ ਆਪੂ ਮਾਰ ਲਏ ਹਨ, ਕਿਸੇ ਦੀ ਸੈਲਰੀ ਸਲਿੱਪ ਹੈ ਉਹਦੇ 'ਤੇ ਸਾਈਨ ਆਪੂ ਕਿਸੇ ਨੇ ਦੂਸਰੇ ਨੇ ਮਾਰ ਲਏ ਹਨ। ਉਹ ਸਮਝਦੇ ਨੇ ਕਿ ਇਸ ਦਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ, ਔਰ ਇਹ ਆਮ ਰੂਟੀਨ ਦੀ ਇੱਥੇ ਗੱਲ ਹੈ। ਲੋਕ ਇਸ ਚੀਜ਼ ਨੂੰ ਇੰਨਾ ਨਹੀਂ ਸਮਝਦੇ ਹਨ। ਬਾਅਦ ਲੋਕ ਤਾਂ ਸੈਲਰੀ ਸਲਿੱਪਾਂ ਜਿਹੜੀਆਂ ਨੇ ਬੈਂਕ ਕੋਲੋਂ ਕਰਜ਼ਾ ਲੈਣ ਵਾਸਤੇ 2 ਨੰਬਰ ਦੇ ਦਿੰਦੇ ਨੇ ਹੈ। ਬਾਅਦ ਲੋਕ 2 ਨੰਬਰ ਕੰਟਰੈਕਟ ਆਪਣਾ ਦੇ ਦਿੰਦੇ ਨੇ। ਇਸ ਤਰ੍ਹਾਂ ਮੁਖਤਲਿਫ ਡਿਪਾਰਟਮੈਂਟਾਂ 'ਚ ਕਰਕੇ ਲੋਕ ਇਸ ਚੀਜ਼ ਨੂੰ ਸ਼ੋਅ ਕਰਦੇ ਨੇ। ਬਾਅਦ ਲੋਕ ਕਰਜ਼ਾ ਲੈਣ ਵਾਸਤੇ 2 ਨੰਬਰ ਸੈਲਰੀ ਸਲਿੱਪਾਂ, 2 ਨੰਬਰ ਕੰਟਰੈਕਟ ਬਣਾ ਕੇ ਦਿੰਦੇ ਨੇ ਹੈ। ਇਸੇ ਤਰ੍ਹਾਂ ਹੀ ਦਾ ਇੱਕ ਤਰੀਕਾ ਐਕਸਟਰਨੇਰੀਆ 'ਤੇ ਜਿਹੜੀ ਮਨਿਸਟਰੀ ਜਿਹੜੇ ਪੇਪਰ ਦਿੰਦੀ ਉਹਦੇ ਵਿੱਚ ਉਹਨੂੰ ਸਪੇਨ 'ਚ ਐਕਸਟਰਨੇਰੀਆ ਕਹਿੰਦੇ, ਉਹਦੇ ਵਿੱਚ ਸਬਮਿਟ ਕੀਤਾ ਗਿਆ ਸੀ ਹੈ ਉਸ ਵਕੀਲ ਦੀ ਤਰਫੋਂ, ਔਰ ਜਿਹਦੇ ਵਿੱਚ ਸੈਲਰੀ ਸਲਿੱਪਾਂ ਔਰ ਕੰਟਰੈਕਟ ਜਿਹੜਾ ਫੇਕ ਸੀ ਹੈ, ਗਲਤ ਸੀ ਹੈ। ਮਤਲਬ ਅਸਲ ਵਿੱਚ ਬੰਦੇ ਦੀ ਸੈਲਰੀ ਇਤਨੀ ਨਹੀਂ ਸੀ ਹੈ ਜਿਤਨੀ ਉਸ ਸੈਲਰੀ ਸਲਿੱਪਾਂ 'ਚ ਸ਼ੋਅ ਕੀਤੀ ਗਈ ਸੀ, ਜਾਂ ਕਿ ਉਹਨਾਂ ਨੂੰ ਤਾਂ ਮੋਡੀਫਾਈ ਕਰਕੇ ਉਹਨਾਂ ਨੂੰ ਜ਼ਿਆਦਾ ਬਣਾਈ ਗਈ ਸੀ। ਫੇਕ ਡਾਕੂਮੈਂਟਸ ਸਬਮਿਟ ਕੀਤੇ ਗਏ ਸੀ ਹੈ। ਹੁਣ ਕੋਈ ਨਾ ਕੋਈ ਗਲਤੀ ਤਾਂ ਉਸਨੇ ਕੀਤੀ ਹੋਣੀ ਹੈ, ਜਿਸ ਦੀ ਬੇਸ 'ਤੇ ਉਹਨਾਂ ਨੂੰ ਸ਼ੱਕ ਪਿਆ। ਉਹਨਾਂ ਨੇ ਫਿਰ ਤੇਸੂਰੀਆ ਜਨਰਲ ਦੇ seguridad social ਦਾ ਜਿਹੜਾ ਦਫ਼ਤਰ ਉਸ ਨਾਲ ਐਕਸਟਰਨੇਰੀਆ ਨੇ ਰਾਬਤਾ ਕਰਕੇ ਉਸ ਚੀਜ਼ ਨੂੰ ਕਨਫਰਮ ਕੀਤਾ, ਔਰ ਕਨਫਰਮ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਚੱਲ ਗਿਆ ਉਹਨਾਂ ਵਕੀਲ ਸਮੇਤ ਸਾਰੇ ਬੰਦੇ ਫੜ ਲਏ ਨੇ, ਉਹਨਾਂ 'ਤੇ ਕੇਸ ਚੱਲੇਗਾ। ਬਸ ਅਰਜ਼ ਸਿਰਫ ਇਤਨੀ ਹੈ ਕਿ ਆਪਣੇ ਡਾਕੂਮੈਂਟਸ ਨੂੰ ਖੁਦ ਦੇਖਿਆ ਕਰੋ, ਆਪਣੇ ਕੋਲੇ ਰੱਖਿਆ ਕਰੋ, ਆਪਣੇ ਡਾਕੂਮੈਂਟਸ ਤਾਂ ਕਿਸੇ ਨੂੰ ਨਾ ਦਿਆ ਕਰੋ ਹੈ। ਆਪਣੀ ਫੋਟੋ ਕਾਪੀਜ਼ ਜਿਹੜੀਆਂ ਨੇ, ਆਪਣੇ ਓਰੀਜਨਲ ਡਾਕੂਮੈਂਟਸ ਨੇ, ਉਹਨਾਂ ਦੀ ਜਿਹੜੀ ਰੰਗੀਨ ਕਲਰ ਫੋਟੋ ਕਾਪੀ ਹੁੰਦੀ ਹੈ ਉਹ ਕਿਸੇ ਨੂੰ ਨਾ ਦਿਆ ਕਰੋ, ਬਲਕਿ ਉਸ ਦੀ ਫੋਟੋ ਕਾਪੀ ਕਰਕੇ ਅਤੇ ਕਿਸੇ ਨੂੰ ਦਿਆ ਕਰੋ, ਕਿਉਂਕਿ ਇਸ ਨੂੰ ਵੀ ਕੱਲ੍ਹ ਨੂੰ ਯੂਜ਼ ਕੀਤਾ ਜਾ ਸਕਦਾ। ਬੰਦੇ ਨੂੰ ਪਤਾ ਹੀ ਨਹੀਂ ਹੁੰਦਾ, ਉਸ 'ਤੇ ਸਾਰਾ ਕੇਸ ਚਲਾ ਜਾਂਦਾ ਹੈ। ਔਰ ਕਿਸੇ ਵੀ ਇਹੋ ਜਿਹੀ 2 ਨੰਬਰ ਐਕਟੀਵਿਟੀ ਨੂੰ ਹਲਕਾ ਨਾ ਲਵਿਆ ਕਰੋ ਹੈ ਕਿ ਸਾਨੂੰ ਕੁਝ ਨਹੀਂ ਹੋ ਜਾਂਦਾ, ਜਾਂ ਅਸੀਂ ਫਲਾਂ ਕੇਸ ਕੀਤਾ ਜੀ ਸਾਡਾ ਹੋ ਗਿਆ, ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਨਾ। ਜਦੋਂ ਫੜਦੇ ਨੇ ਤਾਂ ਫਿਰ ਉਹ ਪੂਰੇ ਰਿਕੜ ਨਾਲ ਫੜ ਲੈਂਦੇ ਨੇ ਹੈ, ਅਤੇ ਬਿਹਤਰ ਹੈ ਕਿ ਅੱਛੇ ਤਰੀਕੇ ਨਾਲ ਲੀਗਲ ਵੇ ਨਾਲ ਚੱਲਿਆ ਜਾਏ। ਬਹੁਤ ਸ਼ੁਕਰੀਆ, ਥੈਂਕ ਯੂ।